ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੜਾ ਸਵਾਗਤ ਹੈ ਤੁਹਾਡਾ ਗਿਆਨਮ ਦੇ ਆਨਲਾਈਨ ਚੈਨਲ ਦੇ ਉੱਤੇ ਪਟਵਾਰੀ ਦੀ ਤਿਆਰੀ ਅਸੀਂ ਕਰਨੀ ਸ਼ੁਰੂ ਕਰ ਰਹੇ ਹਾਂ ਮਿਕਸਡ ਮੈਚ ਕੁਐਸਚਨ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਠੀਕ ਹੈ ਇਸ ਕੁਐਸਚਨ ਵਿੱਚ ਅਸੀਂ ਕਰੰਟ ਅਫੇਅਰ ਵੀ ਦੇਖਾਂਗੇ ਹਿਸਟਰੀ ਵੀ ਦੇਖਾਂਗੇ ਜਿਓਗ੍ਰਾਫੀ ਪੋਲਿਟੀ ਇਕਨੋਮੀ ਸਾਰੇ ਦੇ ਇੰਪੋਰਟੈਂਟ ਕੁਐਸਚਨਸ ਦੇਖਾਂਗੇ ਇੱਕ ਲੰਬੀ ਸੀਰੀਜ਼ ਚਲਾਵਾਂਗੇ ਤਾਂ ਕਿ ਅਸੀਂ ਇਨ ਕੁਐਸਚਨਸ ਨੂੰ ਅਟੈਂਪਟ ਕਰ ਸਕੀਏ ਤਾਂ ਕਿ ਥੋੜਾ ਸਾਡੀ ਜਿਹੜੀ ਤਿਆਰੀ ਹੋ ਰਹੀ ਹੈ ਉਹਦੇ ਬਾਰੇ ਸਾਨੂੰ ਆਈਡੀਆ ਹੋਏ ਕਿ ਕਿੱਦਾਂ ਦੀ ਤਿਆਰੀ ਸਾਡੀ ਚੱਲਦੀ ਪਈ ਹੈ ਠੀਕ ਹੈ पहले क्वेश्चन ਨਾਲ स्टार्ट करने देखने कि की क्वेश्चन है पहला क्वेश्चन है which team lifted the ICC women cricket world cup for the record 7th time केड़ी टीम ने 7वीं बार रिकॉर्ड टाइम अपना वर्ल्ड कप चुक्या है आईसीसी ਦਾ क्रिकेट वर्ल्ड कप ਦਾ ਵਿਮਨਸ ਦੀ ਕੈਟਾਗਰੀ ਵਿੱਚੋਂ ਠੀਕ ਹੈ क्वेश्चन अटेम्प्ट ਕਰਨ ਵਾਸਤੇ ਤੁਹਾਨੂੰ 3 ਤੋਂ 4 ਸੈਕਿੰਡ ਦੇਵਾਂਗਾ ਉਸ ਤੋਂ ਬਾਅਦ ਮੈਂ ਆਨਸਰ ਦਵਾਂਗਾ ਉਹਦਾ ਤੁਸੀਂ ਆਪਣੇ ਟੈਲੀ ਕਰੋ ਕਿ ਤੁਹਾਡੇ ਕਿੰਨੇ ਸਕੋਰ ਬਣ ਰਹੇ ਆ ਇਮਾਨਦਾਰੀ ਨਾਲ ਕਰੋ ਠੀਕ ਹੈ ਚਲੋ आंसर की है ऑस्ट्रेलिया 7वीं बार वर्ल्ड चैंपियन बनी है एक क्रिकेट इतिहास में सब तो लंबी बारी है मेंस ऑस्ट्रेलिया ने भी जो वर्ल्ड कप है वो 5 बार जीते हैं लेकिन विमेंस कितनी बार जीत चुकी है 7 बार तो टोटल ऑस्ट्रेलिया को क्रिकेट के 12 वर्ल्ड कप हो गए ठीक है चलो नेक्स्ट न्यूज देखने हैं व्हाट इज द नेम ऑफ द ऑफिशियल मैस्कॉट ऑफ द ईयर फीफा वर्ल्ड कप ऑफ कतर 2022 2022 ਵਿੱਚ ਜਿਹੜਾ FIFA ਦਾ ਵਰਲਡ ਕੱਪ ਹੋਇਆ ਹਲੀ ਉਹਦਾ ਮੈਸਕਟ ਕੀ ਹੈ ਉਹਦਾ ਸਿੰਬਲ ਕੀ ਬਣਾਇਆ ਗਿਆ ਠੀਕ ਹੈ ਨਾਮ ਕੀ ਦਿੱਤਾ ਗਿਆ ਉਹਨੂੰ ਠੀਕ ਹੈ ਚਲੋ ਆਨਸਰ ਵੇਖਨੇ ਆ ਲਾਈਬ ਠੀਕ ਹੈ ਦ ਨੇਮ ਆਫ दैट ਪਾਰਟਿਕੂਲਰ ਮੈਸਕਟ ਇਜ਼ ਲਾਈਬ ਹੈਗਾ ਠੀਕ ਹੈ ਚਲੋ ਨੈਕਸਟ ਦੇਖਨੇ ਆ ਇੰਡੀਆ ਅਚੀਵ ਇਟਸ ਹਾਈਐਸਟ ਐਵਰ merchandise export of 417 billion dollar in the financial year ending 31st March 2022 which month contribute the highest monthly amount of 40.38 billion ਉਹ ਕਹਿੰਦਾ ਕਿ ਇੰਡੀਆ ਦੇ ਐਕਸਪੋਰਟਸ ਆਲ ਟਾਈਮ ਹਾਈ ਗਏ ਨੇ ਠੀਕ ਹੈ ਇਹਨਾਂ ਵਿੱਚ ਕਿਹੜੇ ਮੰਥ ਦੀ ਕੰਟਰੀਬਿਊਸ਼ਨ ਸਭ ਤੋਂ ਮੈਕਸਿਮਮ ਸੀ ਜਿਹੜਾ ਕਿ 40.38 ਬਿਲੀਅਨ ਤੇ ਜਾ ਰਹੀ ਹੈ ਉਹ ਤੁਹਾਡੇ ਕੋਲ ਕਿਆ ਸੀ ਮਾਰਚ ਦਾ ਹੀ ਮਹੀਨਾ ਸੀ ਠੀਕ ਹੈ ਮਾਰਚ ਦਾ ਮਹੀਨਾ ਜਿਹੜਾ ਸੀ ਉਹ ਤੇ ਸਭ ਤੋਂ ਜ਼ਿਆਦਾ ਤੁਹਾਡੀ ਹੋਈ ਹੈ ਇਕਨੋਮੀ ਟਾਈਪ ਦਾ ਕੁਐਸਚਨ ਹੈ ਕਲਾਸ ਕਈ ਵਾਰ ਇਦਾਂ ਦੇ ਕੁਐਸਚਨ ਸਟੈਟਿਕਲ ਬੇਸ ਤੇ ਪੁੱਛੇ ਜਾਂਦੇ ਨੇ ਅਗਲਾ ਕੁਐਸਚਨ ਵੇਖਨੇ ਆ ਨੈਸ਼ਨਲ ਸੇਫ ਮਦਰਹੁੱਡ ਡੇ ਜਿਹੜਾ 11 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਇਹ ਕਿਸ ਗ੍ਰੇਟ ਇੰਡੀਅਨ ਲੇਡੀ ਦੇ ਬਰਥਡੇ ਤੇ ਮਨਾਇਆ ਜਾਂਦਾ ਹੈ ਠੀਕ ਹੈ ਕਿੰਨੂੰ ਕਿਹੜੀ ਮਹਿਲਾ ਹੈ ਜਿਹੜੀ ਭਾਰਤ ਦੀ ਜਿਹਨੂੰ ਇਹ ਸਮਰਪਿਤ ਕੀਤਾ ਗਿਆ ਹੈ ਤੁਹਾਨੂੰ ਦੇ ਦੱਸਣਾ ਹੈ ट्राई करो मदरहुड डे 11 अप्रैल चलो आंसर देखने आंसर क्या है कस्तूरबा गांधी जी महात्मा गांधी की जो वाइफ है उनके नाम पर ये बनता है नेक्स्ट क्वेश्चन देखने रिसर्चर्स एट विच आईआईटी हैव लॉन्च्ड द कंट्रीज फर्स्ट पॉलीसेंट्रिक प्रोस्थेटिक नी नेम कदम आर्टिफिशियल नी बनाई गई है एक तरह की ठीक है केड़ी आईआईटी बनाई है क्वेश्चन पूछा गया ना मैनू की दिता गया कदम नाम दिता गया तो आंसर क्या आएगा आईआईटी मद्रास ने बनाया है ठीक है इंपॉर्टेंट क्वेश्चन है क्लास मेरे नजारों पूछा जाना चाहिए वैसे अच्छा क्वेश्चन है नेक्स्ट इंडिया बिगेस्ट नेशनल एम्बलम वाज अनवील्ड एट द टॉप ऑफ द पार्लियामेंट बिल्डिंग ऑन जुलाई 11 it is an adaptation from the lions capital of emperor ashok which is preserved in the sarnath museum it is in which city ਤੁਸੀਂ ਸੁਣੀ ਹੋਏਗੀ ਨਿਊਜ਼ 11 ਜੁਲਾਈ ਨੂੰ ਪਾਰਲੀਮੈਂਟ ਦੇ ਨਵੇਂ ਪਾਰਲੀਮੈਂਟ ਜਿਹੜੀ ਬਣ ਰਹੀ ਉਹਦੇ ਟੌਪ ਤੇ ਉੱਤੇ ਸ਼ੇਰਾਂ ਦਾ ਮੁੱਖ ਖੋਲਿਆ ਗਿਆ ਜਿਹੜਾ ਤੁਹਾਡਾ ਨੈਸ਼ਨਲ ਸਿੰਬਲ ਹੈ ਉਹਦੀ ਕੰਟਰੋਵਰਸੀ ਵੀ ਹੋਈ ਸੀ ਕਿ ਸ਼ੇਰ ਗੁਰਾਂਦੇ ਹੋਏ ਦਿਖਾਏ ਗਏ ਨੇ ਪਹਿਲਾਂ ਸਾਲੇ ਸ਼ੇਰ ਉਹਨੇ ਗੁਰਾ ਨਹੀਂ ਰਹੇ ਤੇ ਸ਼ੇਰ ਗੁਰਾਂਦੇ ਹੋਏ ਦਿਖਾਏ ਗਏ ਸੀ ਇਹ ਰਾਜਾ ਅਸ਼ੋਕ ਦੇ ਦੁਆਰਾ ਬਣਾਇਆ ਗਿਆ ਪਿਲਰ ਸੀ ਉਹ ਪੁੱਛਿਆ ਗਿਆ ਕਿ ਇਹ ਸਾਰਨਾਥ ਪਿਲਰ ਕਿਹੜੀ ਜਗ੍ਹਾ 'ਚ ਕਿਹੜੀ ਡਿਸਟ੍ਰਿਕਟ 'ਚ ਹੈਗਾ ਆਨਸਰ ਕੀ ਹੈ ਇਹਦਾ ਵਾਰਾਣਸੀ ਠੀਕ ਹੈ ਚਲੋ ਨੈਕਸਟ which country gave the best performance in the global gender gap index 2022 released on July 10 ਜੁਲਾਈ 10 ਨੂੰ ਜੈਂਡਰ ਗੈਪ ਇੰਡੈਕਸ ਜਿੱਥੇ ਜੈਂਡਰਸ ਦਾ ਗੈਪ ਸਭ ਤੋਂ ਘੱਟ ਹੈ ਹਰ ਪੁਆਇੰਟ ਆਫ ਵਿਊ ਤੋਂ ਉਹਦੇ ਵਿੱਚ ਬੈਸਟ ਪਰਫਾਰਮੈਂਸ ਕਿਹੜੀ ਕੰਟਰੀ ਦੀ ਰਹੀ ਹੈ ਆਨਸਰ ਵੇਖਨੇ ਆ ਆਈਸਲੈਂਡ ਇਹਦਾ ਆਨਸਰ ਹੈ ਜਿਹਦੇ ਉੱਤੇ ਟੌਪ ਤੇ ਰਹੀ ਹੈ ਪਲੱਸ ਟੌਪ 4-5 ਯਾਦ ਰੱਖਿਆ ਕਰੋ ਪੁੱਛੇ ਜਾਂਦੇ ਨੇ ਨੈਕਸਟ ਵਿਚ ਆਫ ਦਾ ਫੋਲੋਇੰਗ ਇਕਨੋਮਿਕ ਐਕਟੀਵਿਟੀਜ਼ ਆਰ ਦਾ ਪਾਰਟ ਆਫ ਸੈਕੰਡਰੀ ਸੈਕਟਰ तीन सैक्टर होंगे ना इकोनॉमी के प्राइमरी सैकेंडरी टर्शरी फिर आदि क्वार्टनरी फिर क्यूनरी 5 होंगे टोटल वैसे तो ਜਿਹੜੀ ਇਕਨੋਮਿਕ ਐਕਟੀਵਿਟੀਜ਼ ਸੈਕੰਡਰੀ ਚ ਆਉਂਦੀਆਂ ਉਹ ਪੁੱਛੀ ਤੁਹਾਨੂੰ ਕਿਹੜੀ ਹੁੰਦੀ ਹੈ ਠੀਕ ਹੈ ਤਾਂ ਆਨਸਰ ਕੀ ਆਏਗਾ ਮੈਨੂਫੈਕਚਰਿੰਗ ਪ੍ਰੋਸੈਸਿੰਗ ਕਰਨਾ ਐਗਰੀਕਲਚਰ ਤੁਹਾਡੀ ਕਿਹਦੇ ਵਿੱਚ ਆਉਂਦੀ ਹੈ ਪ੍ਰਾਇਮਰੀ ਐਕਟੀਵਿਟੀ ਚ ਆਉਂਦੀ ਹੈ ਬੈਂਕਿੰਗ ਤੁਹਾਡੀ ਕਿਹਦੇ ਵਿੱਚ ਆਉਂਦੀ ਹੈ ਸਰਵਿਸ ਸੈਕਟਰ ਵਿੱਚ ਆਉਂਦੀ ਹੈ ਠੀਕ ਹੈ ਐਜੂਕੇਸ਼ਨ ਕੁਆਟਰਨਰੀ ਚ ਆਉਂਦੀ ਹੈ ਚੌਥੇ ਸਰਵਿਸ ਸੈਕਟਰ ਠੀਕ ਹੈ ਚਲੋ ਨੈਕਸਟ ਵਿਚ ਆਫ ਦਾ ਫੋਲੋਇੰਗ ਇਜ਼ ਕਾਲਡ ਐਜ਼ ਨੋਮੀਨਲ ਜੀਡੀਪੀ ਠੀਕ ਹੈ ਨੋਮੀਨਲ ਜੀਡੀਪੀ ਕਿਹੜੀ ਹੁੰਦੀ ਹੈ ਤੁਹਾਡੀ ਜਿਹੜੀ ਜੀਡੀਪੀ ਕਰੰਟ ਪ੍ਰਾਈਸਿਸ ਤੇ ਚੱਲਦੀ ਹੈ ਠੀਕ ਹੈ ਕਰੰਟ ਪ੍ਰਾਈਸਿਸ ਦਾ ਮਤਲਬ ਨੋਮੀਨਲ ਦੇਖੋ ਮਤਲਬ ਕੀ ਹੈ ਕਿ ਜਿਹਦੀ ਅੰਦਾਜ਼ਾ ਲਾਇਆ ਗਿਆ ਹੋਵੇ ਫਿਰ ਇੱਕ ਆਂਦੀ ਰੀਅਲ ਜੀਡੀਪੀ ਜਿੱਥੇ ਤੁਹਾਨੂੰ ਐਕਚੁਅਲ ਚ ਪਤਾ ਲੱਗਦਾ ਜਿਸ ਤਰ੍ਹਾਂ ਮੈਂ ਪ੍ਰੈਡਿਕਟ ਕੀਤਾ 9% ਦੀ ग्रोथ बट ग्रोथ हुई सिर्फ कितनी 7 दी तो मैं कहूंगा कि नॉमिनल जीडीपी कितनी मन्नी गई सी 9 दी एग्जैक्ट आई कितनी है 7 ते आई है ठीक है
चलो अगला क्वेश्चन देखते हैं, विच ऑफ द फॉलोइंग इज नॉट ट्रू अबाउट ऑर्गेनाइज्ड सेक्टर। ਕਹਿੰਦਾ ਜਿਹੜੇ ਆਰਗੇਨਾਈਜ਼ ਸੈਕਟਰ ਹੁੰਦੇ ਉਹਨਾਂ ਵਿੱਚੋਂ ਇਹੋ ਕਿਹੜੀ ਸਟੇਟਮੈਂਟ ਜਿਹੜੀ ਟਰੂ ਨਹੀਂ ਹੈ। ਕਲਾਸ ਜਦ ਨॉट वर्ड ਹੋਏ मैं बड़ी बार रिपीट करदा ਇਹਨੂੰ ਪਹਿਲਾਂ ही मार्क कर लिया करो ताकि गलती ना हो, ठीक है। कौन सी है ऑर्गेनाइज सेक्टर के बारे में ट्रू नहीं है। कंपनीज इन दिस सेक्टर आर नॉट रजिस्टर्ड विद द गवर्नमेंट। ऑर्गेनाइज सेक्टर ਜਿਹੜੇ ਹੁੰਦੇ ਆ ਉਹ ਤੁਹਾਡੇ ਗਵਰਨਮੈਂਟ ਨਾਲ ਰਜਿਸਟਰਡ ਹੁੰਦੇ ਨੇ, ਨॉट नहीं है, रजिस्टर्ड ਹੁੰਦੇ ਨੇ। क्वेश्चन भी नैगेटिव सेंस च सी, ऑप्शन भी नैगेटिव सेंस च सी। क्लास ध्यान रखा करो, ਇਹੋ ਜਿਹੀ गलतियां ना करना पेपर में, ठीक है। नेक्स्ट, विच सेक्टर ऑफ इंडियन इकोनॉमी हैज शोन रिमार्केबल एक्सपेंशन इन द लास्ट 20 ईयर्स। पिछले 20 साल विच इंडियन इकोनॉमी दे अंदर किहड़े सैक्टर ने सब तो ज्यादा ग्रोथ की है, ठीक है। ऑप्शन तुहाडे सामने ने, लेट अस सी आंसर की हैगा। आंसर की है टर्शरी सैक्टर, सर्विस सैक्टर जिहड़ा असीं कहंदे, हॉस्पिटैलिटी हो गई, तुहाडी बैंकिंग हो गई, तुहाडा इंश्योरेंस सैक्टर हो गया, आईटी सैक्टर हो गया, इन्हें सब तो ज्यादा ग्रोथ की है पिछले 20 सालों में। जीडीपी का कंट्रीब्यूशन भी 40% तो उत्ते है। क्लास बड़ा अच्छा सैक्टर है। नेक्स्ट, हु रिगार्डेड एज द मेकर ऑफ मॉडर्न इंडिया। हिस्ट्री का क्वेश्चन है क्लास। नव भारत के जन्मदाता किसे कहा जाता है, फादर ऑफ रेनेसांस ऑफ इंडिया किसे कहा जाता है आपके पास। बड़ा आसान क्वेश्चन है क्लास, ध्यान से देखो। आंसर वेखने, आंसर की हो जाएगा राजा राम मोहन रॉय, जिन्होंने ब्रह्मो समाज की स्थापना की थी, उन्होंने भारत के मेकर्स ऑफ मॉडर्न इंडिया कहा जाता है। विच अमंग द फॉलोइंग इवेंट्स वाज द मेजर सेटबैक टू खिलाफत मूवमेंट। वो कहता है इन्हां विचों केड़ी चीज सी जिहड़ी खिलाफत मूवमेंट दे लिए सब तो बड़ा सेटबैक हो गई सी, ठीक है। ऑप्शन दिते गए देखो जरा, चलो आंसर देखते हैं। रेवोल्यूशन इन टर्की, जो टर्की च विद्रोह होया सी, ओदी वजह तो ही तुहाडा खिलाफत मूवमेंट शुरू होया सी, ठीक है। ओदी वजह नाल ही तुहानू सेटबैक दिखाई देता। रेवोल्यूशन ये सी कि डेमोक्रेसी नू बन जाना चाहिए, ठीक है। चलो, वायलेंस ऑफ चोरा चोरी तो नॉन कॉर्पोरेशन खराब होया सी, ठीक है, याद रखना। चलो नेक्स्ट, हु अमंग द फॉलोइंग वाज द फर्स्ट इंडियन विमेन प्रेसिडेंट टू चेयर इंडियन नेशनल कांग्रेस एट कानपुर सेशन 1925। फर्स्ट इंडियन विमेन। क्लास फर्स्ट विमेन नहीं लिखा होया, फर्स्ट इंडियन विमेन है, ध्यान नाल देखा करो। छोटी छोटी गल्लां नाल असीं क्वेश्चन गलत करने हां। आंसर की हो जाएगा सरोजनी नायडू। बट जे मैं गल करा एनी बेसेंट दी, तां फर्स्ट विमेन सी, फर्स्ट विमेन, ठीक है, ये तुहानू ध्यान रखना है। और फर्स्ट एंग्लो इंडियन जो बाद में ब्रिटिशर्स थी वो नेली सेन गुप्ता थी, ठीक है, ये भी आप याद रख सकते हो। इंदिरा गांधी नेवर बिकेम द प्रेसिडेंट ऑफ कांग्रेस बिफोर इंडिपेंडेंस, ठीक है। चलिए, विच ऑफ द फॉलोइंग वाज द प्राइमरी ऑब्जेक्टिव ऑफ क्रिप्स मिशन। 1942 ਵਿੱਚ ਜਿਹੜਾ क्रिप्स मिशन आया सी, ਉਹਦਾ मेन उद्देश्य क्या सी, ठीक है। ऑप्शन देखो, ट्राई करो की बनता है। चलिए राइट आंसर देखने हैं, टू परसुएड इंडियन लीडर्स टू सपोर्ट द ब्रिटिश वॉर एफर्ट्स। ਉਹਨਾਂ ਦਾ ਮਸਲਾ ਇਹ ਸੀ ਕਿ ਕਿੱਦਾਂ ਅਸੀਂ ਭਾਰਤੀ ਲੀਡਰਾਂ ਨੂੰ ਮਨਾਈਏ ਤਾਂ ਕਿ ਉਹ फौज ਵਿੱਚ ਲੋਕਾਂ ਨੂੰ ਜਾਣ ਨੂੰ ਪ੍ਰੇਰਿਤ ਕਰਨ ਕਿ ਉਹ ਸਾਡੇ ਲਈ ਵਰਲਡ ਵਾਰ 2 ਚ ਜਾਏ, ਠੀਕ ਹੈ। ਬਟ ਗਏ ਨਹੀਂ ਸੀ, ਸਿਰਫ ਮੁਸਲਿਮ ਲੀਗ ਦੇ ਲੋਕ ਗਏ ਸੀ, ਕਾਂਗਰਸ ਨੇ ਮਨਾ ਕਰਤਾ ਸੀ। ਬਟ ਸਟਿਲ ਇੰਡੀਅਨ हैज फॉट द सेकंड वर्ल्ड वॉर। नेक्स्ट क्वेश्चन देखने हैं, द फेमस बुक गुलामगिरी वाज रिटन बाय। इतिहास ਦੇ ਵਿੱਚ ਇੱਕ ਬੜੀ ਖੂਬਸੂਰਤ ਕਿਤਾਬ ਲਿਖੀ ਗਈ ਹੈ ਗੁਲਾਮगिरी। ਇਹਨਾਂ ਵਿੱਚੋਂ ਕਿੰਨੇ ਉਹ ਕਿਤਾਬ ਲਿਖੀ ਸੀ, ਆਥਰ ਪੁੱਛਿਆ ਗਿਆ। आंसर क्या हो जाएगी, महात्मा ज्योतिबा राय फूले, ठीक है। महाराष्ट्र के एक बड़े जबरदस्त सोशल रिफॉर्मर होए ने ज्योतिबा राय फूले, उन्होंने गुलामगिरी लिखी सी। ये किताब अमेरिका दे विच रह रहे काले लोगों को समर्पित सी, ठीक है। द ब्लैक पीपल हैज फॉट फॉर देयर स्लेवरीज एज वेल ना, तो अब्राहम लिंकन वाज द पायोनियर हु अबॉलिश्ड द स्लेवरी इन अमेरिका, तो उन्होंने वास्ते समर्पित सी किताब, ठीक है। चलो नेक्स्ट देखने हैं, who among the following is said to have the hatched the Delhi conspiracy 1912 sorry 1912 ਵਿੱਚ ਦਿੱਲੀ ਦੀ ਹੋਈ षड्यंत्र ਵਿੱਚ ਇਹਨਾਂ ਵਿੱਚ ਕੌਣ ਸਭ ਤੋਂ ਇੰਪੋਰਟੈਂਟ ਪਰਸਨੈਲਿਟੀ ਨੇ, ठीक है। आंसर के सी रास बिहारी बोस, ठीक है, रास बिहारी बोस। इन्होंने बाद में इन्होंने इंडियन नेशनल आर्मी का निर्माण भी किया, ठीक है, जिसकी लीडरशिप बाद च सुभाष चंद्र बोस ने संभाली सी, ठीक है। इस केस में सत्येंद्र सान्याल भी इन्वॉल्व सी, जिन्होंने बाद च हिंदुस्तान रिपब्लिकन एसोसिएशन का निर्माण किया। चलो नेक्स्ट, कंसीडर द फॉलोइंग स्टेटमेंट। तीन स्टेटमेंट, दो स्टेटमेंट दी गई है, सोचो इन्हों का की ऑप्शन बनूगा। ज्योग्राफी का पॉइंट है, गैलीलियो गैलीली गिव द जियोसेंट्रिक मॉडल ऑफ सोलर सिस्टम। गैलीलियो डिस्कवर द 4 प्राइमरी मून्स ऑफ द प्लैनेट जुपिटर। तो दस ने दोनों स्टेटमेंट ट्रू हैं, गलत ने, कितनी स्टेटमेंट करेक्ट ने, कितनी गलत ने। आई होप क्वेश्चन वेख लिया होगा, आंसर वेखने। ओनली 2 जियोसेंट्रिक मॉडल तो गैलीलियो ने सोलर सिस्टम का नहीं दिता सी, ठीक है। चलो Copernicus was the person। चलिए नेक्स्ट, stars are born in cloud of dust and gases known as। वो कहते हैं ਜਿਹੜੇ ਸਟਾਰ ਤੁਹਾਡੇ
ਡਸਟ ਤੋਂ ਗੈਸਿਸ ਤੋਂ ਬਣਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ? ਸੋਲਾਰ ਸਿਸਟਮ ਤੋਂ ਕੁਐਸਚਨ ਕਲਾਸ ਆਸਾਨ ਹੈ, ਧਿਆਨ ਨਾਲ ਦੇਖੋਗੇ ਤਾਂ ਪਤਾ ਲੱਗ ਜਾਊਗਾ। ਇਹਨੂੰ ਕੀ ਕਿਹਾ ਜਾਂਦਾ? ਨੈਬੂਲਾ, ਇਹਦਾ ਰਾਈਟ ਆਂਸਰ ਬਣਦਾ ਨੈਬੂਲਾ ਕਿਹਾ ਜਾਂਦਾ ਹੈ। ਠੀਕ ਹੈ, ਡਸਟ ਨਾਲ ਰਿਲੇਟ ਕਰ ਲੈਣਾ, ਕਿਤੇ ਕਈ ਵਾਰ ਬੱਚੇ ਆਵੋ ਵੀ ਕਰਦੇ ਨੇ, ਉਹ ਨਹੀਂ ਕਰਨਾ। चलिए, हु गेव द गैसियस टाइडल थ्योरी टू एक्सप्लेन द ओरिजिन ऑफ सोलार सिस्टम? ठीक है, सोलार सिस्टम ने बनने ਲਈ ਕਾਫੀ ਸਾਰੀ ਥਿਊਰੀਜ਼ ਦਿੱਤੀ ਗਈ, ਉਹਨਾਂ ਵਿੱਚੋਂ ਇੱਕ ਥਿਊਰੀ ਸੀ ਤੁਹਾਡੀ ਗੈਸੀਅਸ ਟਾਈਡਲ ਥਿਊਰੀ। ਤੁਹਾਨੂੰ ਆਨਸਰ ਦੱਸਣਾ ਕਿੰਨੇ ਦਿੱਤੀ ਹੈ ਥਿਊਰੀ। ਚਲੋ, ਦਿਸ ਥਿਊਰੀ ਵਾਸ ਗਿਵਨ ਬਾय जेम्स जीन्स। ठीक है, नाम याद रखो, जेम्स जीन्स ने थ्योरी ਦਿੱਤੀ ਸੀ गैसियस टाइडल थ्योरी। चलो नेक्स्ट, in the earth's direction of rotation is reversed, what should be the IST when the it is known at the international date line? ठीक है, ਉਹ ਕਹਿੰਦਾ ਜੇ ਅਰਥ ਦੀ ਡਾਇਰੈਕਸ਼ਨ ਜੀ ਰੋਟੇਸ਼ਨ ਜੋ ਹੈ ਰਿਵਰਸ ਕਰਤੀ ਜਾਏ, ਨਾਰਥ ਤੋਂ ਈਸਟ ਅਸੀਂ ਵੈਸਟ ਟੂ ਈਸਟ ਜਾਂਦੇ ਨਾ, ਸਪੋਜ਼ ਕਰੋ ਈਸਟ ਟੂ ਵੈਸਟ ਜਾਂਦੀ ਹੈ, ਤਾਂ ਕਹਿੰਦਾ IST ਤੇ ਕੀ ਟਾਈਮ ਹੋਊਗਾ? ਕੁਐਸਚਨ ਉਲਟਾ ਕਰਕੇ ਪੁੱਛਿਆ ਗਿਆ ਹੈ। ਠੀਕ ਹੈ, ਇੰਟਰਨੈਸ਼ਨਲ ਡੇਟ ਲਾਈਨ ਤੇ ਅਗਰ ਆਫਟਰਨੂਨ ਹੈ 180 ਡਿਗਰੀ ਦੇ ਉੱਤੇ ਦੁਪਹਿਰ ਦੇ 12 ਵਜੇ ਨੇ, ਤਾਂ ਇੰਡੀਅਨ ਸਟੈਂਡਰਡ ਟਾਈਮ ਤੇ ਕੀ ਬਣੂਗਾ? ਧਿਆਨ ਨਾਲ ਕਰਨਾ, ਕੁਐਸਚਨ ਬੜਾ ਇੰਟਰਸਟਿੰਗ ਹੈ ਕਲਾਸ। ਠੀਕ ਹੈ, ਕੀ ਫਰਕ ਪਏਗਾ, ਕਿੰਨੇ ਘੰਟੇ ਅੱਗੇ ਪਿੱਛੇ ਹੋ ਜਾਊਗਾ? चलो ट्राई कर लिया, आंसर दसते हैं। ਤੁਹਾਡੇ ਤਕਰੀਬਨ 18.5 ਘੰਟੇ ਦਾ ਫਰਕ ਪਏਗਾ ਇਸ ਹਿਸਾਬ ਨਾਲ। ਠੀਕ ਹੈ, ਇੰਟਰਨੈਸ਼ਨਲ ਡੇਟ ਲਾਈਨ ਨੂੰ ਅਸੀਂ ਜੇ ਗੱਲ ਕਰੀਏ ਤਾਂ ਇੰਡੀਆ ਹੈਗਾ ਤੁਹਾਡਾ 82 ਡਿਗਰੀ ਤੇ, ਔਰ ਇੰਟਰਨੈਸ਼ਨਲ ਡੇਟ ਲਾਈਨ ਤੁਹਾਡੀ 180 ਤੇ। ਠੀਕ ਹੈ, GMT ਤੋਂ ਗੱਲ ਕਰੀਏ ਤਾਂ ਇੰਡੀਆ 5.5 ਘੰਟੇ ਤੁਹਾਡਾ ਅੱਗੇ ਹੈ। ਠੀਕ ਹੈ, ਔਰ ਇੰਟਰਨੈਸ਼ਨਲ ਡੇਟ ਲਾਈਨ GMT ਤੋਂ ਤਕਰੀਬਨ ਤੁਹਾਡੀ ਕਿੰਨੇ ਘੰਟੇ ਅੱਗੇ ਹੋ ਜਾਂਦੀ ਹੈ? 12 ਘੰਟੇ ਹੋ ਜਾਂਦੀ ਹੈ। ਜੇ ਮੈਂ ਅਰਥ ਦੀ ਰੋਟੇਸ਼ਨ ਉਲਟੀ ਕਰ ਲਵਾਂ, ਠੀਕ ਹੈ, ਇਹਦਾ ਜੇ ਮੈਂ ਗੈਪ ਦੇਖਾਂ ਤਾਂ ਤਕਰੀਬਨ ਮੇਰਾ ਗੈਪ ਬਣ ਰਿਹਾ 6.5 ਘੰਟੇ ਦਾ। ਲੇਕਿਨ ਅਰਥ ਦੀ ਰੋਟੇਸ਼ਨ ਜੇ ਬਿਲਕੁਲ ਰਿਵਰਸ ਹੋ ਜਾਏ, ਪਹਿਲਾਂ ਇੱਧਰ ਘੁੰਮ ਰਹੀ ਹੈ, ਹੁਣ ਪੂਰਾ ਇੱਧਰੋਂ ਉਲਟਾ ਪਾਸੇ ਤੋਂ ਘੁੰਮਣਾ ਸ਼ੁਰੂ ਕਰ ਦੂਗੀ, ਤਾਂ ਅਰਥ ਨੂੰ ਪਹਿਲੇ 12 ਘੰਟੇ ਪੂਰੇ ਕਰਨੇ ਪੈਣੇ, ਉਸ ਤੋਂ ਬਾਅਦ 6.5 ਘੰਟੇ ਸਾਡੇ ਹੋਰ ਫालतू ਲੱਗਣਗੇ। ਇਹ ਸਿਸਟਮ ਕੁਝ ਐਦਾਂ ਬੈਠੇਗਾ ਕਿ ਇਹ ਇੰਟਰਨੈਸ਼ਨਲ ਡੇਟ ਲਾਈਨ ਹੈ ਆਈਡੀਐਲ, ਠੀਕ ਹੈ, ਇਹ GMT ਹੋ ਗਿਆ ਤੇ ਇਹ ਇੰਡੀਆ। ਪਹਿਲਾ ਹੀ ਗੈਪ ਕਿੰਨਾ ਸੀ? 6.5 ਘੰਟੇ ਬਚੇ ਸੀ, ਤਾਂ ਇੰਡੀਆ ਪਹਿਲੇ ਇਹ 6.5 ਘੰਟੇ ਗੈਪ ਪੂਰੇ ਕਰੂਗਾ, ਫਿਰ 12 ਘੰਟੇ ਹੋਰ ਗੈਪ ਪੂਰਾ ਕਰੂਗਾ, ਤਾਂ ਟੋਟਲ ਕਿੰਨਾ ਹੋ ਜਾਏਗਾ? 18.5 ਘੰਟੇ ਦਾ ਆਂਸਰ ਹੋ ਜਾਏਗਾ। ਠੀਕ ਹੈ, ਜੇ ਨਹੀਂ ਸਮਝ ਆਇਆ ਤਾਂ ਕਲਾਸ ਕਮੈਂਟ ਸੈਕਸ਼ਨ 'ਚ ਲਿਖ ਦੇਣਾ, ਮੈਂ ਇਹਦਾ ਆਂਸਰ ਤੁਹਾਨੂੰ ਪ੍ਰੋਪਰਲੀ ਹੋਰ ਐਕਸਪਲੇਨ ਕਰਕੇ ਦੱਸ ਦਾਂਗਾ। ਵਿਚ ਐਲੀਮੈਂਟ ਇਜ਼ ਦ ਮੋਸਟ ਅਬੰਡੈਂਟ ਇਨ ਦ ਅਰਥ ਕਰਸਟ? ਕਿਹੜਾ ਐਲੀਮੈਂਟ ਅਰਥ ਕਰਸਟ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ? ਆਸਾਨ ਕੁਐਸਚਨ ਹੈ ਕਲਾਸ, ਕਾਫੀ ਬਾਰ ਰਿਪੀਟ ਹੋਇਆ ਕੁਐਸਚਨ ਹੈ, ਤਾਂ ਆਂਸਰ ਕੀ ਹੋ ਜਾਏਗਾ? ਆਕਸੀਜਨ। ਠੀਕ ਹੈ, ਐਲੀਮੈਂਟ ਦੀ ਫਾਰਮ 'ਚ ਕੁਐਸਚਨ ਪੁੱਛਿਆ ਹੈ, ਜੇ ਤੁਹਾਨੂੰ ਕੁਐਸਚਨ ਮੈਟਲ ਦੀ ਫਾਰਮ 'ਚ ਪੁੱਛਿਆ ਹੁੰਦਾ ਤਾਂ ਆਂਸਰ ਹੋ ਜਾਂਦਾ ਐਲੂਮੀਨੀਅਮ, ਜੇ ਮੈਟਲੋਇਡ ਪੁੱਛਿਆ ਹੁੰਦਾ ਤਾਂ ਆਂਸਰ ਹੁੰਦਾ ਸਿਲੀਕॉन, ਨॉन ਮੈਟਲ ਪੁੱਛਿਆ ਹੁੰਦਾ ਤਾਂ ਆਕਸੀਜਨ ਇਜ਼ ਰਾਈਟ ਆਂਸਰ। ਠੀਕ ਹੈ, ਚਲੋ, ਮਾਰਬਲ ਇਜ਼ ਦ ਮੈਟਾਮੋਰਫਿਸਡ ਫਾਰਮ ਆਫ? ਮਾਰਬਲ ਕਿਹੜੀ, ਮੈਟਾਮੋਰਫ ਦਾ ਮਤਲਬ ਹੁੰਦਾ ਚੇਂਜ ਹੋਣਾ, ਕਿਹਦੀ ਫਾਰਮ ਚੇਂਜ ਹੋਈ ਹੈ ਕਿ ਉਹ ਮਾਰਬਲ ਬਣਿਆ ਹੋਏਗਾ? ਆਂਸਰ ਤੁਹਾਡਾ ਕੀ ਹੈ? ਲਾਈਮਸਟੋਨ, ਚੂਨਾ ਪੱਥਰ ਹੀ ਮਾਰਬਲ ਬਣਦਾ ਤੁਹਾਡਾ। ਠੀਕ ਹੈ, The concept of single citizenship has been brought out from which country? पॉलिटी का क्वेश्चन है कि सिंगल सिटीजनशिप का कंसेप्ट तुसी केड़ी कंट्री तो लिता है? ध्यान नाल देखो क्लास, क्वेश्चन आसान है। चलो देखते हैं, राइट आंसर इज ब्रिटेन तो लिता गया है। ठीक है, डुअल सिटीजनशिप यूएस च हुंदी, साडे इत्थे सिंगल सिटीजनशिप का कंसेप्ट है। Which amendment act introduced changes in the preamble of the Indian constitution? संविधान दे preamble विच जिहड़ा चेंज कीता गया, प्रस्तावना विच चेंज कीता गया है, ओहदी वास्ते सिर्फ एक मात्र ही अमेंडमेंट कीती गई है, तुहानू दसनी ओ अमेंडमेंट किहड़ी हैगी। चलो राइट आंसर वेखने तो 42nd अमेंडमेंट 1976। ठीक है, सोशलिस्ट सैकुलर इंटीग्रिटी जैसे शब्दों ऐड किया गया सी। ठीक है, चलो नेक्स्ट, विच ऑफ द फॉलोइंग वर्ड्स इन द प्रीएम्बल ऑफ द कॉन्स्टिट्यूशन वाज नॉट इंसर्टेड? अगेन क्लास, नॉट इंसर्टेड बाय द 42nd अमेंडमेंट। मैं तुहानू हुणी दस्सिया तीन शब्द किहड़े सी? सोशलिस्ट भी सी, सैकुलर भी सी, इंटीग्रिटी भी सी। डिग्निटी शब्द तुहाडे ते ऐड नहीं होया सी, डिग्निटी इज द राइट आंसर। Which schedule of the Indian Constitution contain provisions related to anti-defection? ठीक है, 52nd Amendment 1985 सी, ਤਾਂ 10th schedule ਉਹਦੇ ਨਾਲ ਐਡ ਹੋਇਆ ਸੀ ਜਿਹੜਾ ਐਂਟੀ ਡਿਫੈਕਸ਼ਨ ਦੀ ਗੱਲ ਕਰਦਾ ਹੈ। Which of the following is not a union territory? ਇਹਨਾਂ ਵਿੱਚੋਂ ਕਿਹੜਾ ਤੁਹਾਡੇ ਕੋਲ ਯੂਨੀਅਨ ਟੈਰੀਟਰੀ ਨਹੀਂ ਹੈ? ਨੋਟ ਦੀ ਫਾਰਮ 'ਚ ਪੁੱਛਿਆ ਗਿਆ, ਤਾਂ ਆਂਸਰ ਕੀ ਹੋ ਜਾਊਗਾ? ਗੋਆ। ਗੋਆ ਪਹਿਲਾਂ ਯੂਨੀਅਨ ਟੈਰੀਟਰੀ ਸੀ, ਬਾਅਦ 'ਚ ਸਟੇਟ ਦਾ ਦਰਜਾ ਦੇ ਦਿੱਤਾ ਗਿਆ ਸੀ। ਲਕਸ਼ਦੀਪ, ਲੱਦਾਖ, ਚੰਡੀਗੜ੍ਹ ਅੱਜ ਦੇ ਡੇਟ 'ਚ ਤਿੰਨੋਂ ਯੂਨੀਅਨ ਟੈਰੀਟਰੀ ਨੇ। Which among the following has the power to regulate the right of citizens in India? ਭਾਰਤ ਵਿੱਚ ਸਿਟੀਜ਼ਨਸ਼ਿਪ ਦੇ ਜਿਹੜੇ ਰਾਈਟਸ ਨੇ ਉਹਨੂੰ ਰੈਗੂਲੇਟ ਕਰਨ ਦੀ ਪਾਵਰ ਸਭ ਤੋਂ ਜ਼ਿਆਦਾ ਕਿਹਦੇ ਕੋਲ ਹੈਗੀ? ਬੜਾ ਇੰਟਰਸਟਿੰਗ ਕੁਐਸਚਨ ਹੈ ਕਲਾਸ ਵਿੱਚ। ਤਾਂ ਆਂਸਰ ਕੀ ਹੋ ਜਾਏਗਾ? ਪਾਰਲੀਮੈਂਟ ਕੋਲ ਹੈ, ਪਾਰਲੀਮੈਂਟ ਬਣਾਉਂਦੀ ਹੈ ਇਹਦੇ ਲਾਜ਼। ਠੀਕ ਹੈ,
बार-बार से चेंज कीते जाते हैं बार टाइम टू टाइम, तो पार्लियामेंट को पावर है जी। विच ऑफ द फॉलोइंग ईयर वाज हरियाणा वाज कार्व्ड आउट ऑफ पंजाब एज अ सेपरेट स्टेट, किहड़े साल विच हरियाणा पंजाब तो अलग किया गया सी? तो आंसर तकरीबन सारे में पता ही होगा, आई होप। आंसर क्या है? 1966। So this is we all have from the very first session। ਤੁਸੀਂ ਏਦਾਂ ਹੀ ਜੁੜੇ ਰਹੋ ਸਾਡੇ ਨਾਲ, ਔਰ ਸੁਜੈਸ਼ਨਸ ਦਿਓ, ਜੇ ਤੁਸੀਂ ਕਹੋਗੇ ਤਾਂ ਅਸੀਂ ਲਾਈਵ ਸੈਸ਼ਨ ਵੀ ਲੈ ਕੇ ਆ ਜਾਾਂਗੇ, ਲਾਈਵ ਕੁਐਸਚਨਸ ਨੂੰ ਸੋਲਵ ਕਰਾਂਗੇ। ਪਲੀਜ਼ ਤੁਹਾਡੇ ਰਿਸਪੌਂਸ ਸਾਨੂੰ ਕਮੈਂਟ ਸੈਕਸ਼ਨ 'ਚ ਲਿਖ ਕੇ ਦੱਸੋ, ਅਕੋਰਡਿੰਗਲੀ ਵੀ ਵਿਲ ਵਰਕ ਆਊਟ। ਟਿਲ ਦੈਨ ਬੜਾ ਧਿਆਨ ਰੱਖੋ ਆਪਣਾ, ਤਿਆਰੀ ਕਰਦੇ ਰਹੋ। ਗੁੱਡ ਬਾਏ, ਗॉड ब्लेस यू ऑल।